नमस्कार। खबरों के इस बुलेटिन में ਤੁਹਾਡਾ स्वागत है। मैं हाँ तरनजीत कौर। पहला पेश ने चुनवियां खबरां। प्रधानमंत्री नरेंद्र मोदी ने उत्तर प्रदेश के मेरठ विच मेजर ध्यानचंद खेड यूनिवर्सिटी का नींह पत्थर रखा। प्रधानमंत्री ने कहा कि सरकार नौजवानों विच खेडां नूं लैके विश्वास पैदा करन अते उन्हां वल्लों खेडां नूं किता बनाउण ते काम कर रही है। ਭਲਕੇ 3 ਜਨਵਰੀ ਤੋਂ ਦੇਸ਼ ਭਰ ਵਿੱਚ 15 ਤੋਂ 18 ਸਾਲ ਦੀ ਉਮਰ ਦੇ ਬੱਚਿਆਂ ਨੂੰ ਕੋਰੋਨਾ ਰੋਕੂ ਟੀਕੇ ਲਗਾਉਣ ਦਾ ਕੰਮ ਸ਼ੁਰੂ ਹੋ ਰਿਹਾ ਹੈ। ਪਦਮ ਸ਼੍ਰੀ ਅਵਾਰਡ ਨਾਲ ਸਨਮਾਨਿਤ ਗੁਰਮਤ ਸੰਗੀਤ ਦੇ ਉਸਤਾਦ ਪ੍ਰੋਫੈਸਰ ਕਰਤਾਰ ਸਿੰਘ ਦੇ ਅਕਾਲ ਚਲਾਣੀ ਤੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਅਤੇ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਹਰਜਿੰਦਰ ਸਿੰਘ ਧਾਮੀ ਵੱਲੋਂ ਦੁੱਖ ਪ੍ਰਗਟ ਕੀਤਾ ਗਿਆ। ਤੇ ਸੰਯੁਕਤ ਅਕਾਲੀ ਦਲ ਪਾਰਟੀ ਦੇ ਮੋਢੀ ਆਗੂ ਅਤੇ ਮੁੱਖ ਬੁਲਾਰਾ ਨਿਧੜਕ ਸਿੰਘ ਬਰਾੜ ਭਾਜਪਾ ਵਿੱਚ ਸ਼ਾਮਲ। ਤੇ ਹੁਣ ਖਬਰਾਂ ਵਿਸਥਾਰ ਨਾਲ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਅੱਜ ਉੱਤਰ ਪ੍ਰਦੇਸ਼ ਦੇ ਮੇਰਠ ਵਿੱਚ ਮੇਜਰ ਧਿਆਨਚੰਦ ਖੇਡ ਯੂਨੀਵਰਸਿਟੀ ਦਾ ਨੀਂਹ ਪੱਥਰ ਰੱਖਿਆ ਹੈ। ਮੇਰਠ ਦੇ ਸਰਦਨਾ ਕਸਬੇ ਦੇ ਸਲਵਾ ਤੇ ਕੈਲੀ ਪਿੰਡਾਂ ਵਿੱਚ ਉਸਾਰੀ ਜਾਣ ਵਾਲੀ ਇਸ ਯੂਨੀਵਰਸਿਟੀ ਤੇ ਕੋਈ 700 ਕਰੋੜ ਰੁਪਏ ਦੀ ਲਾਗਤ ਆਵੇਗੀ। ਮੇਜਰ ਧਿਆਨਚੰਦ ਖੇਡ ਯੂਨੀਵਰਸਿਟੀ ਵਿੱਚ ਆਧੁਨਿਕ ਖੇਡ ਢਾਂਚਾ ਵਿਕਸਿਤ ਕੀਤਾ ਜਾਵੇਗਾ ਅਤੇ ਇੱਥੇ ਸਿੰਥੈਟਿਕ ਹਾਕੀ ਮੈਦਾਨ, ਫੁੱਟਬਾਲ ਗਰਾਊਂਡ, ਬਾਸਕਟਬਾਲ ਗਰਾਊਂਡ, ਵਾਲੀਬਾਲ, ਹੈਂਡਬਾਲ ਗਰਾਊਂਡ, ਕਬੱਡੀ ਮੈਦਾਨ, ਲੌਨ ਟੈਨਿਸ ਕੋਰਟ, ਸਵਿਮਿੰਗ ਪੂਲ, ਸਿੰਥੈਟਿਕ ਰਨਿੰਗ ਸਟੇਡੀਅਮ, ਜਿਮਨੇਜ਼ੀਅਮ ਹਾਲ ਅਤੇ ਬਹੁਮੰਤਵੀ ਹਾਲ ਦੇ ਨਾਲ ਸਾਈਕਲਿੰਗ ਵੈਲੋਡਰੋਮ ਵੀ ਸਥਾਪਿਤ ਕੀਤਾ ਜਾਵੇਗਾ। ਇਸ ਯੂਨੀਵਰਸਿਟੀ ਵਿੱਚ ਨਿਸ਼ਾਨੇਬਾਜ਼ੀ, ਸਕੁਐਸ਼, ਜਿਮਨਾਸਟਿਕ, ਵੇਟ ਲਿਫਟਿੰਗ, ਤੀਰਅੰਦਾਜ਼ੀ ਸਮੇਤ ਕਈ ਖੇਡਾਂ ਦੀਆਂ ਅਤਿ ਆਧੁਨਿਕ ਸਹੂਲਤਾਂ ਉਪਲਬਧ ਹੋਣਗੀਆਂ। ਉਦਘਾਟਨੀ ਸਮਾਗਮ ਮੌਕੇ ਬੋਲਦਿਆਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕਿਹਾ ਕਿ ਜੋ ਨਵੀਂ ਕੌਮੀ ਸਿੱਖਿਆ ਨੀਤੀ ਲਾਗੂ ਹੋ ਰਹੀ ਹੈ ਉਸ ਵਿੱਚ ਖੇਡਾਂ ਨੂੰ ਤਰਜੀਹ ਦਿੱਤੀ ਗਈ ਹੈ। ਉਨ੍ਹਾਂ ਕਿਹਾ ਕਿ ਖੇਡਾਂ ਨੂੰ ਹੁਣ ਸਾਇੰਸ, ਕਾਮਰਸ ਜਾਂ ਦੂਸਰੀ ਪੜ੍ਹਾਈ ਦੀ ਸ਼੍ਰੇਣੀ ਵਿੱਚ ਹੀ ਰੱਖਿਆ ਗਿਆ ਹੈ। ਨਰਿੰਦਰ ਮੋਦੀ ਨੇ ਕਿਹਾ ਕਿ ਦੇਸ਼ ਵਿੱਚ ਖੇਡਾਂ ਲਈ ਜ਼ਰੂਰੀ ਹੈ ਕਿ ਸਾਡੇ ਨੌਜਵਾਨਾਂ ਵਿੱਚ ਖੇਡਾਂ ਨੂੰ ਲੈ ਕੇ ਵਿਸ਼ਵਾਸ ਪੈਦਾ ਹੋਵੇ ਅਤੇ ਖੇਡਾਂ ਨੂੰ ਕਿੱਤਾ ਬਣਾਉਣ ਦਾ ਹੌਸਲਾ ਵਧੇ। ਉਨ੍ਹਾਂ ਕਿਹਾ ਕਿ ਸਾਡੀ ਸਰਕਾਰ ਨੇ ਬੀਤੇ ਸਾਲਾਂ ਵਿੱਚ ਭਾਰਤੀ ਖਿਡਾਰੀਆਂ ਨੂੰ ਵਸੀਲੇ ਉਪਲਬਧ ਕਰਵਾਉਣ, ਟ੍ਰੇਨਿੰਗ ਦੀਆਂ ਆਧੁਨਿਕ ਸਹੂਲਤਾਂ ਦੇਣ, ਕੌਮਾਂਤਰੀ ਪੱਧਰ ਤੇ ਖੇਡਣ ਦੇ ਮੌਕਿਆਂ ਤੋਂ ਇਲਾਵਾ ਖਿਡਾਰੀਆਂ ਦੀ ਚੋਣ ਵਿੱਚ ਪਾਰਦਰਸ਼ਤਾ ਨੂੰ ਤਰਜੀਹ ਦਿੱਤੀ ਹੈ। खेलों से हमारा सानिध्य सदियों पुराना रहा है, लेकिन खेल की संस्कृति पैदा करने के लिए खेलों से हमारे पुराने संबंध से ही काम नहीं चलेगा। हमें इसके लिए एक नई सोच भी चाहिए। देश में खेलों के लिए जरूरी है कि हमारे युवाओं में खेलों को लेकर विश्वास पैदा हो, खेल को अपना प्रोफेशन बनाने का हौसला बढ़े। और यही मेरा संकल्प भी है और ये मेरा सपना भी है। मैं चाहता हूं कि जिस तरह दूसरे प्रोफेशंस वैसे ही हमारे युवा स्पोर्ट्स को भी देखें। ਭਲਕੇ 3 ਜਨਵਰੀ ਤੋਂ ਦੇਸ਼ ਭਰ ਵਿੱਚ 15 ਤੋਂ 18 ਸਾਲ ਦੀ ਉਮਰ ਦੇ ਬੱਚਿਆਂ ਨੂੰ ਕੋਰੋਨਾ ਰੋਕੂ ਟੀਕੇ ਲਗਾਉਣ ਦਾ ਕੰਮ ਸ਼ੁਰੂ ਹੋ ਰਿਹਾ ਹੈ। ਜਿਨ੍ਹਾਂ ਬੱਚਿਆਂ ਦਾ ਜਨਮ 2007 ਜਾਂ ਇਸ ਤੋਂ ਪਹਿਲਾਂ ਹੋਇਆ ਹੈ ਉਹ ਕੋਰੋਨਾ ਟੀਕਾ ਲਗਾਉਣ ਦੇ ਯੋਗ ਹੋਣਗੇ, ਜਿਸ ਵਾਸਤੇ ਕੋਵਿਨ ਪੋਰਟਲ ਤੇ ਆਨਲਾਈਨ ਰਜਿਸਟ੍ਰੇਸ਼ਨ ਜਾਰੀ ਹੈ। ਰਜਿਸਟ੍ਰੇਸ਼ਨ ਲਈ ਸਕੂਲ ਦਾ ਪਛਾਣ ਪੱਤਰ ਜਾਂ ਆਧਾਰ ਕਾਰਡ ਦੀ ਵਰਤੋਂ ਕੀਤੀ ਜਾ ਸਕਦੀ ਹੈ। ਦੇਸ਼ ਭਰ ਵਿੱਚ 15 ਤੋਂ 18 ਸਾਲ ਉਮਰ ਵਰਗ ਦੇ ਕੋਈ 7 ਕਰੋੜ ਬੱਚੇ ਕੋਰੋਨਾ ਟੀਕੇ ਦੀ ਖੁਰਾਕ ਲੈਣ ਦੇ ਯੋਗ ਹੋਣਗੇ। ਭਾਰਤ ਵਿੱਚ 10 ਜਨਵਰੀ ਤੋਂ ਸਿਹਤ ਕਾਮਿਆਂ ਅਤੇ ਫਰੰਟਲਾਈਨ ਵਰਕਰਾਂ ਸਮੇਤ 60 ਸਾਲ ਜਾਂ ਉਸ ਤੋਂ ਵੱਧ ਉਮਰ ਵਰਗ ਦੇ ਗੰਭੀਰ ਬਿਮਾਰੀਆਂ ਨਾਲ ਪੀੜਿਤ ਲੋਕਾਂ ਨੂੰ ਵੀ ਕੋਰੋਨਾ ਟੀਕੇ ਦੀ ਪ੍ਰੀਕਾਸ਼ਨ ਡੋਜ਼ ਦੇਣ ਦੀ ਸ਼ੁਰੂਆਤ ਹੋਵੇਗੀ। ਆਜ਼ਾਦੀ ਕਾ ਅੰਮ੍ਰਿਤ ਮਹੋਤਸਵ ਨੂੰ ਸਮਰਪਿਤ ਆਜ਼ਾਦੀ ਕਾ ਸਫ਼ਰ ਤਹਿਤ ਅਸੀਂ ਭਾਰਤ ਦੀ ਆਜ਼ਾਦੀ ਵਿੱਚ ਯੋਗਦਾਨ ਪਾਉਣ ਵਾਲੇ ਵੱਖ-ਵੱਖ ਮੰਨੇ ਪਰਮੰਨੇ ਅਤੇ ਗੁਮਨਾਮ ਆਜ਼ਾਦੀ ਸੰਗਰਾਮੀਆਂ ਦੇ ਜੀਵਨ ਦੇ ਪਹਿਲੂਆਂ ਤੋਂ ਤੁਹਾਨੂੰ ਜਾਣੂ ਕਰਵਾਉਂਦੇ ਹਾਂ। ਇਸ ਤੋਂ ਇਲਾਵਾ ਆਜ਼ਾਦੀ ਦੇ ਸੰਘਰਸ਼ ਨਾਲ ਜੁੜੀਆਂ ਹੋਰ ਗਤੀਵਿਧੀਆਂ ਬਾਰੇ ਵੀ ਦੱਸਦੇ ਹਾਂ। ਅੱਜ ਦੀ ਕੜੀ ਵਿੱਚ ਅਸੀਂ ਤੁਹਾਨੂੰ ਮਹਾਤਮਾ ਗਾਂਧੀ ਵੱਲੋਂ ਪੂਰਬੀ ਬੰਗਾਲ ਦੇ ਦੰਗਾ ਪ੍ਰਭਾਵਿਤ ਇਲਾਕਿਆਂ ਵਿੱਚ ਸ਼ਾਂਤੀ ਮਾਰਚ, ਆਜ਼ਾਦੀ ਘੁਲਾਟੀਏ ਹਰੀ ਕ੍ਰਿਸ਼ਨ ਮਹਿਤਾਬ ਅਤੇ ਸਮਾਜ ਸੁਧਾਰਕ ਮੰਥੂ ਪਦਮਨਾਭਨ ਬਾਰੇ ਜਾਣਕਾਰੀ ਦੇ ਰਹੇ ਹਾਂ। 2 ਜਨਵਰੀ 1947 ਨੂੰ ਮਹਾਤਮਾ ਗਾਂਧੀ ਨੇ ਪੂਰਬੀ ਬੰਗਾਲ ਦੇ ਦੰਗਾ ਪ੍ਰਭਾਵਿਤ ਇਲਾਕਿਆਂ ਵਿੱਚ ਸ਼ਾਂਤੀ ਮਾਰਚ ਸ਼ੁਰੂ ਕੀਤਾ ਸੀ। ਮਹਾਤਮਾ ਗਾਂਧੀ ਕੀ
1947 ਵਿੱਚ ਭਾਰਤ ਅਨਿਸ਼ਚਿਤਤਾ ਦੇ ਪਰਛਾਵੇਂ ਹੇਠ ਸੀ, ਕਿਉਂ ਜੋ ਸਿਆਸੀ ਤੌਰ ਤੇ ਕੁਝ ਵੀ ਨਿਸ਼ਚਿਤ ਨਹੀਂ ਸੀ। ਜਦੋਂ ਬੰਗਾਲ ਤੋਂ ਪਰੇਸ਼ਾਨ ਕਰਨ ਵਾਲੀਆਂ ਖਬਰਾਂ ਆਉਣੀਆਂ ਸ਼ੁਰੂ ਹੋਈਆਂ ਤਾਂ ਗਾਂਧੀ ਜੀ ਨੇ ਆਪਣੀਆਂ ਸਾਰੀਆਂ ਯੋਜਨਾਵਾਂ ਨੂੰ ਰੱਦ ਕਰ ਦਿੱਤਾ ਅਤੇ ਦੰਗਾ ਪ੍ਰਭਾਵਿਤ ਖੇਤਰਾਂ ਵਿੱਚ ਜਾਣ ਦਾ ਫੈਸਲਾ ਕੀਤਾ। ਪੂਰਬੀ ਬੰਗਾਲ ਦੇ 9 ਆਖਾਲੀ ਵਿੱਚ ਉਹਨਾਂ ਨੇ ਦੇਖਿਆ ਕਿ ਕਿਵੇਂ ਡਰ, ਨਫ਼ਰਤ ਅਤੇ ਹਿੰਸਾ ਨੇ ਦੇਸ਼ ਵਾਸੀਆਂ ਦੇ ਦਿਲਾਂ ਨੂੰ ਘੇਰ ਲਿਆ ਏ। ਉਹ ਪਿੰਡ-ਪਿੰਡ ਗਏ ਅਤੇ ਸਿਆਸੀ ਜ਼ਮੀਨ ਤੋਂ ਅੱਗੇ ਜਾ ਕੇ ਮਨੁੱਖਤਾ ਦੇ ਲਈ ਸ਼ਾਂਤੀ ਦੇ ਮੁੱਦੇ ਚੁੱਕੇ। ਉਹਨਾਂ ਨੇ ਬੇਨਤੀ ਕੀਤੀ ਕਿ ਸਾਰੀਆਂ ਧਿਰਾਂ ਮਿਲ ਕੇ ਇਹ ਯਤਨ ਕਰਨ ਕਿ ਸੱਭਿਅਕ ਜੀਵਨ ਦੀ ਮਰਿਆਦਾ ਨੂੰ ਠੇਸ ਨਾ ਪੁੱਜੇ। ਗਾਂਧੀ ਜੀ ਦੀ ਮੌਜੂਦਗੀ ਨਾਲ ਪੂਰਬੀ ਬੰਗਾਲ ਦੇ ਪਿੰਡਾਂ ਵਿੱਚ ਚੰਗਾ ਕੰਮ ਹੋਇਆ ਅਤੇ ਲੋਕਾਂ ਵਿਚਾਲੇ ਤਣਾਅ ਅਤੇ ਗੁੱਸੇ ਨੂੰ ਸ਼ਾਂਤ ਕੀਤਾ ਗਿਆ। ਅੱਜ ਅਸੀਂ ਆਜ਼ਾਦੀ ਘੁਲਾਟੀਏ ਹਰੇ ਕ੍ਰਿਸ਼ਨ ਮਹਿਤਾਬ ਨੂੰ ਵੀ ਯਾਦ ਕਰ ਰਹੇ ਹਾਂ, ਜਿਨ੍ਹਾਂ ਦੀ ਮੌਤ 2 ਜਨਵਰੀ 1987 ਨੂੰ ਹੋਈ ਸੀ। ਉਹ ਉਤਕਲ ਕੇਸਰੀ ਦੇ ਨਾਂ ਨਾਲ ਮਸ਼ਹੂਰ ਸਨ। ਮਹਿਤਾਬ ਆਜ਼ਾਦੀ ਘੋਲ ਦੌਰਾਨ ਕਈ ਵਾਰ ਜੇਲ੍ਹ ਗਏ। ਹਰੇ ਕ੍ਰਿਸ਼ਨ ਮਹਿਤਾਬ ਦਾ ਜਨਮ 21 ਨਵੰਬਰ 1899 ਨੂੰ ਉੜੀਸਾ ਦੇ ਬਾਲੇਸ਼ਵਰ ਜ਼ਿਲ੍ਹੇ ਦੇ ਅਗਰਪਾੜਾ ਪਿੰਡ ਵਿੱਚ ਹੋਇਆ ਸੀ। ਆਜ਼ਾਦੀ ਦੇ ਅੰਦੋਲਨ ਵਿੱਚ ਸ਼ਾਮਲ ਹੋਣ ਲਈ ਉਹਨਾਂ ਨੇ 1921 ਵਿੱਚ ਆਪਣੀ ਗ੍ਰੈਜੂਏਸ਼ਨ ਦੀ ਪੜ੍ਹਾਈ ਅੱਧ ਵਿਚਾਲੇ ਛੱਡ ਦਿੱਤੀ। ਉਹ 1930 ਵਿੱਚ ਉਤਕਲ ਕਾਂਗਰਸ ਕਮੇਟੀ ਦੇ ਪ੍ਰਧਾਨ ਬਣੇ। ਉਸੇ ਸਾਲ ਸੱਤਿਆਗ੍ਰਹਿ ਅੰਦੋਲਨ ਵਿੱਚ ਹਿੱਸਾ ਲੈਣ ਲਈ ਉਹਨਾਂ ਨੂੰ ਜੇਲ੍ਹ ਭੇਜ ਦਿੱਤਾ ਗਿਆ। ਕੈਦ ਵਿੱਚ ਉਹਨਾਂ ਨੇ ਵਾਲਮੀਕੀ ਰਾਮਾਇਣ ਦਾ ਉੜੀਆ ਵਿੱਚ ਅਨੁਵਾਦ ਕੀਤਾ। ਉਹਨਾਂ ਨੇ ਭਗਵਤ ਗੀਤਾ ਨੂੰ ਕਾਵਿ ਰੂਪ ਵਿੱਚ ਲਿਖਿਆ। ਨਮਕ ਸੱਤਿਆਗ੍ਰਹਿ ਵਿੱਚ ਹਿੱਸਾ ਲੈਣ ਲਈ ਉਹਨਾਂ ਨੂੰ 1932 ਵਿੱਚ ਜੇਲ੍ਹ ਭੇਜ ਦਿੱਤਾ ਗਿਆ ਸੀ। ਜੇਲ੍ਹ ਤੋਂ ਰਿਹਾ ਹੋਣ ਤੇ ਮਹਿਤਾਬ ਨੇ ਕੁਝ ਸਮਾਂ ਮਹਾਤਮਾ ਗਾਂਧੀ ਦੇ ਨਾਲ ਬਾਰਡੋਲੀ ਵਿੱਚ ਬਿਤਾਇਆ। ਉਹਨਾਂ ਨੇ ਗਾਂਧੀ ਜੀ ਦੇ ਵਿਚਾਰਾਂ ਅਤੇ ਫਲਸਫੇ ਦੇ ਹੱਕ ਵਿੱਚ ਰਚਨਾ ਪੱਤਰਿਕਾ ਪ੍ਰਕਾਸ਼ਿਤ ਕੀਤੀ। 1942 ਵਿੱਚ ਭਾਰਤ ਛੱਡੋ ਅੰਦੋਲਨ ਦੌਰਾਨ ਦੇਸ਼ ਦੇ ਚੋਟੀ ਦੇ ਸਿਆਸੀ ਆਗੂਆਂ ਨਾਲ ਉਹਨਾਂ ਨੂੰ ਵੀ ਗ੍ਰਿਫਤਾਰ ਕੀਤਾ ਗਿਆ ਸੀ। ਉਹ 2.5 ਸਾਲ ਤੱਕ ਅਹਿਮਦਨਗਰ ਕਿਲੇ ਦੀ ਜੇਲ੍ਹ ਵਿੱਚ ਬੰਦ ਰਹੇ ਅਤੇ ਮਈ 1945 ਵਿੱਚ ਉਹਨਾਂ ਨੂੰ ਰਿਹਾ ਕੀਤਾ ਗਿਆ। ਮਹਿਤਾਬ ਉੜੀਸਾ ਦੇ ਪਹਿਲੇ ਮੁੱਖ ਮੰਤਰੀ ਸਨ। ਉਹ ਅਪ੍ਰੈਲ 1946 ਤੋਂ ਮਈ 1950 ਤੱਕ ਇਸ ਅਹੁਦੇ ਤੇ ਰਹੇ। ਉਹ 1950 ਤੋਂ 1952 ਤੱਕ ਕੇਂਦਰੀ ਵਣਜ ਅਤੇ ਉਦਯੋਗ ਮੰਤਰੀ ਰਹੇ। ਬਾਅਦ ਵਿੱਚ ਉਹਨਾਂ 1955 ਤੋਂ 1956 ਤੱਕ ਬੰਬਈ ਦੇ ਰਾਜਪਾਲ ਦਾ ਅਹੁਦਾ ਸੰਭਾਲਿਆ। 1956 ਵਿੱਚ ਰਾਜਪਾਲ ਦਾ ਅਹੁਦਾ ਛੱਡ ਕੇ ਉਹ ਮੁੜ ਉੜੀਸਾ ਦੇ ਮੁੱਖ ਮੰਤਰੀ ਬਣੇ ਅਤੇ 1956 ਤੋਂ 1960 ਤੱਕ ਇਸ ਜ਼ਿੰਮੇਵਾਰੀ ਨੂੰ ਨਿਭਾਇਆ। ਮੁੱਖ ਮੰਤਰੀ ਵਜੋਂ ਆਪਣੇ ਕਾਰਜਕਾਲ ਦੌਰਾਨ ਮਹਿਤਾਬ ਨੇ ਰਿਆਸਤਾਂ ਦੇ ਰਲੇਵੇਂ ਅਤੇ ਏਕੀਕਰਨ, ਕਟਕ ਨੂੰ ਹਟਾ ਕੇ ਭੁਵਨੇਸ਼ਵਰ ਨੂੰ ਰਾਜਧਾਨੀ ਬਣਾਉਣ ਅਤੇ ਬਹੁਮੰਤਵੀ ਹੀਰਾਕੁੰਡ ਡੈਮ ਪ੍ਰੋਜੈਕਟ ਨੂੰ ਮਨਜ਼ੂਰੀ ਅਤੇ ਨਿਰਮਾਣ ਵਿੱਚ ਮੁੱਖ ਭੂਮਿਕਾ ਨਿਭਾਈ। ਉਹ 1962 ਵਿੱਚ ਅੰਗੁਲ ਤੋਂ ਲੋਕ ਸਭਾ ਲਈ ਚੁਣੇ ਗਏ ਅਤੇ ਸਾਰੀ ਉਮਰ ਲੋਕਾਂ ਦੀ ਸੇਵਾ ਕਰਦੇ ਰਹੇ। ਮਹਾਨ ਰਾਸ਼ਟਰਵਾਦੀ ਨੂੰ ਸ਼ਤ-ਸ਼ਤ ਨਮਨ। ਅਸੀਂ ਮਹਾਨ ਆਜ਼ਾਦੀ ਘੁਲਾਟੀਏ ਅਤੇ ਸਮਾਜ ਸੁਧਾਰਕ ਮੁੰਤੂ ਪਦਮਨਾਭਨ ਨੂੰ ਯਾਦ ਕਰ ਰਹੇ ਹਾਂ। ਉਹਨਾਂ ਦਾ ਜਨਮ 2 ਜਨਵਰੀ 1878 ਨੂੰ ਕੇਰਲ ਦੇ ਕੋਟਾਯਮ ਵਿੱਚ ਹੋਇਆ ਸੀ। ਪਦਮਨਾਭਨ ਨੂੰ ਇੱਕ ਦੂਰ ਦ੍ਰਿਸ਼ਟੀ ਵਾਲਾ ਸੁਧਾਰਕ ਮੰਨਿਆ ਜਾਂਦਾ ਹੈ, ਜਿਸ ਨੇ ਨਾਇਰ ਭਾਈਚਾਰੇ ਨੂੰ ਨਾਇਰ ਸਰਵਿਸ ਸੁਸਾਇਟੀ ਦੇ ਤਹਿਤ ਸੰਗਠਿਤ ਕੀਤਾ। ਪਦਮਨਾਭਨ ਨੇ ਸਮਾਜਿਕ ਅਸਮਾਨਤਾ ਨਾਲ ਵੀ ਸੰਘਰਸ਼ ਕੀਤਾ। 1924 ਵਿੱਚ ਉਹਨਾਂ ਨੇ ਵਾਈਕਾਮ ਸੱਤਿਆਗ੍ਰਹਿ ਵਿੱਚ ਹਿੱਸਾ ਲਿਆ। ਅਖੌਤੀ ਨੀਵੀਆਂ ਜਾਤਾਂ ਦੇ ਲਈ ਮੰਦਰ ਵਿੱਚ ਦਾਖਲੇ ਦੀ ਮੰਗ ਕਰਦੇ ਹੋਏ ਉਹ 1931 ਵਿੱਚ ਗਰੂਵਾਯੂਰ ਸੱਤਿਆਗ੍ਰਹਿ ਵਿੱਚ ਸ਼ਾਮਲ ਹੋਏ। ਉਹਨਾਂ ਨੇ ਜਾਤੀ ਦੇ ਆਧਾਰ ਤੇ ਕੋਈ ਭੇਦਭਾਵ ਨਾ ਕਰਦੇ ਹੋਏ ਆਪਣਾ ਪਰਿਵਾਰਕ ਮੰਦਰ ਸਾਰਿਆਂ ਲਈ ਖੋਲ੍ਹ ਦਿੱਤਾ। 25 ਮਈ 1947 ਨੂੰ ਪਦਮਨਾਭਨ ਨੇ ਅਲਪੁੰਜਾ ਦੇ ਮੁਕਤੂਕੁਲ ਵਿੱਚ ਪ੍ਰਸਿੱਧ ਮੁਕਤੂਕੁਮ ਭਾਸ਼ਣ ਦਿੱਤਾ। ਭਾਰਤ ਦੇ ਆਜ਼ਾਦੀ ਅੰਦੋਲਨ ਵਿੱਚ ਹਿੱਸਾ ਲੈਣ ਲਈ 14 ਜੁਲਾਈ 1947 ਨੂੰ ਉਹਨਾਂ ਨੂੰ ਗ੍ਰਿਫਤਾਰ ਕੀਤਾ ਗਿਆ ਸੀ। ਆਜ਼ਾਦੀ ਤੋਂ ਬਾਅਦ ਪਦਮਨਾਭਨ ਸਿਆਸਤ ਵਿੱਚ ਆ ਗਏ ਅਤੇ ਲੋਕਾਂ ਦੀ ਸੇਵਾ ਕਰਦੇ ਰਹੇ। ਮਹਾਨ ਆਜ਼ਾਦੀ ਘੁਲਾਟੀਏ ਨੂੰ ਸ਼ਤ-ਸ਼ਤ ਨਮਨ।
ਕੜਾਕੇ ਦੀ ਠੰਡ ਵਾਲੇ ਇਸ ਮੌਸਮ ਵਿੱਚ ਜਿੱਥੇ ਆਮ ਲੋਕ ਘਰਾਂ ਤੋਂ ਨਿਕਲਣ ਤੋਂ ਵੀ ਸੰਕੋਚ ਕਰਦੇ ਨੇ, ਉੱਥੇ ਸਰਹੱਦਾਂ ਤੇ ਰਾਖੇ ਸੀਮਾ ਸੁਰੱਖਿਆ ਬਲ ਦੇ ਜਵਾਨ ਦਿਨ ਰਾਤ ਸਾਡੀਆਂ ਸਰਹੱਦਾਂ ਤੇ ਡਟੇ ਹੋਏ ਨੇ। ਸਰਹੱਦ ਤੇ ਬਾਜ਼ ਅੱਖ ਰੱਖਣ ਵਾਲੇ ਇਹ ਜਾਂਬਾਜ਼ ਆਪਣੇ ਘਰਾਂ ਤੋਂ ਦੂਰ ਦੁਸ਼ਮਣ ਤੋਂ ਸਾਡੀ ਸਰਹੱਦ ਦੀ ਰੱਖਿਆ ਕਰਦੇ ਨੇ ਤਾਂ ਜੋ ਅਸੀਂ ਚੈਨ ਦੀ ਨੀਂਦ ਸੌ ਸਕੀਏ। ਨਵੇਂ ਸਾਲ ਮੌਕੇ ਆਪਣੀ ਡਿਊਟੀ ਦੇ ਪਾਬੰਦ ਇਹ ਜਵਾਨ ਮੁਸਤੈਦ ਨੇ। ਨੌਜਵਾਨਾਂ ਦੀ ਚੌਕਸੀ ਸਦਕਾ ਪਾਕਿਸਤਾਨ ਦੀਆਂ ਨਾਪਾਕ ਸਾਜ਼ਿਸ਼ਾਂ ਤਹਿਤ ਭਾਰਤ ਅੰਦਰ ਨਸ਼ੀਲੇ ਪਦਾਰਥਾਂ ਤੇ ਹੋਰ ਹਥਿਆਰਾਂ ਦੀ ਤਸਕਰੀ ਨੂੰ ਰੋਕਣ ਵਿੱਚ ਵੀ ਵੱਡੇ ਪੱਧਰ ਤੇ ਸਫਲਤਾ ਮਿਲੀ ਹੈ। ਪ੍ਰਸਾਰ ਭਾਰਤੀ ਦੇ ਫਾਜ਼ਿਲਕਾ ਸਥਿਤ ਨੁਮਾਇੰਦੇ ਨੇ ਅੰਤਰਰਾਸ਼ਟਰੀ ਸਰਹੱਦ ਤੇ ਤਾਇਨਾਤ BSF ਦੀ 66 ਬਟਾਲੀਅਨ ਦੇ ਕਮਾਂਡੈਂਟ ਦੀਪ ਸ਼ੁਕਲਾ ਨਾਲ ਗੱਲਬਾਤ ਕੀਤੀ, ਜਿਨ੍ਹਾਂ BSF ਵੱਲੋਂ ਸਰਹੱਦਾਂ ਦੀ ਰਾਖੀ ਲਈ ਕੀਤੇ ਜਾ ਰਹੇ ਉਪਰਾਲਿਆਂ ਬਾਰੇ ਦੱਸਿਆ। ये सिर्फ रात एक फैक्टर नहीं है, क्योंकि अभी जैसा आप देख पा रहे हैं कि थोड़ी सर्दी बढ़ रही है और फॉग एक बड़ा फैक्टर है यहाँ पे। तो डोमिनेशन के लिए पहले हम सिर्फ फेंस के साथ रहते थे, अभी हम फेंस के आगे और फेंस के पीछे दोनों तरफ अपनी डिप्लॉयमेंट रखते हैं। जैसे अभी कुछ देर पहले अगर आपने देखा हो तो हमारे पीछे जहाँ फेंस है, फेंस से इंडिया साइड में पीछे भी हमारी पार्टियाँ लगी हुई थी जो पीछे डोमिनेट कर रही हैं। तो ये मतलब डोमिनेशन के लिए हमारे पास दोनों ऑप्शन साथ साथ मौजूद होते हैं। फेंस के आगे भी वो वैसे जा सकते हैं जैसे फेंस के पीछे हम ड्यूटी करते थे। यहाँ से करीब 150 मीटर के आसपास बाउंड्री लाइन है और हमें बिल्कुल क्लियर ऑर्डर्स हैं हमारे हेडक्वार्टर से कि हम अपने उस बॉर्डर पिलर तक, जैसे हम अपने फेंस से इंडिया साइड में डोमिनेट करते हैं, फ्रिक्वेंट मूवमेंट करके हम वहाँ तक जाते हैं। हमारे अपने ऑर्डर्स हैं कि हमें किन किन चीज़ों को जो सेफ्टी प्रिकॉशंस हैं क्या क्या यूज़ करने हैं, उस सेफ्टी के साथ। BSF ਦੇ ਸਹਾਇਕ ਕਮਾਂਡੈਂਟ ਪ੍ਰਵੀਨ ਕੁਮਾਰ ਨੇ ਵੀ ਕੌਮਾਂਤਰੀ ਸਰਹੱਦ ਤੇ ਸੀਮਾ ਸੁਰੱਖਿਆ ਬਲ ਦੇ ਰੋਲ ਬਾਰੇ ਜਾਣਕਾਰੀ ਦਿੱਤੀ। हमारे लिए चैलेंजेस तो बेसिकली यही, ठंड बहुत ज़्यादा है और फिर फॉग में विजिबिलिटी बहुत कम हो जाती है। तो ये बेसिकली चैलेंज यही है कि फॉग में जो विजिबिलिटी बहुत कम हो जाती है, इसमें हम लोगों को नेविगेट करना थोड़ा मुश्किल हो जाता है कि किधर से कौन क्या कर रहा है। और हमें अपनी आँख और कान खुले रखने होते हैं और बाकी अपने साथियों के कांटेक्ट में लगातार लगे रहते हैं। ਪਦਮ ਸ਼੍ਰੀ ਅਵਾਰਡ ਨਾਲ ਸਨਮਾਨਿਤ ਗੁਰਮਤਿ ਸੰਗੀਤ ਦੇ ਉਸਤਾਦ ਪ੍ਰੋਫੈਸਰ ਕਰਤਾਰ ਸਿੰਘ ਅਕਾਲ ਚਲਾਣਾ ਕਰ ਗਏ ਨੇ। ਪ੍ਰੋਫੈਸਰ ਕਰਤਾਰ ਸਿੰਘ ਲੁਧਿਆਣਾ ਦੇ ਇੱਕ ਹਸਪਤਾਲ ਵਿੱਚ ਜ਼ੇਰੇ ਇਲਾਜ ਸਨ ਅਤੇ ਅੱਜ ਤੜਕੇ 3 ਵਜੇ ਉਹਨਾਂ ਆਖਰੀ ਸਾਹ ਲਿਆ। ਕੋਈ 94 ਵਰ੍ਹਿਆਂ ਦੇ ਪ੍ਰੋਫੈਸਰ ਕਰਤਾਰ ਸਿੰਘ ਨੇ ਪੁਰਾਤਨ ਕੀਰਤਨ ਸ਼ੈਲੀ ਵਿੱਚ ਹਜ਼ਾਰਾਂ ਰਾਗੀ ਜਥਿਆਂ ਨੂੰ ਸਿਖਲਾਈ ਦੇਣ ਵਿੱਚ ਵੱਡੀ ਭੂਮਿਕਾ ਨਿਭਾਈ। ਪੰਜਾਬ ਦੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੇ ਪ੍ਰੋਫੈਸਰ ਕਰਤਾਰ ਸਿੰਘ ਦੀ ਮੌਤ ਤੇ ਦੁੱਖ ਪ੍ਰਗਟ ਕੀਤਾ ਹੈ। ਆਪਣੇ ਟਵੀਟ ਵਿੱਚ ਉਹਨਾਂ ਕਿਹਾ ਕਿ ਗੁਰਮਤਿ ਸੰਗੀਤ ਵਿੱਚ ਪ੍ਰੋਫੈਸਰ ਕਰਤਾਰ ਸਿੰਘ ਦੇ ਯੋਗਦਾਨ ਨੂੰ ਹਮੇਸ਼ਾ ਯਾਦ ਰੱਖਿਆ ਜਾਵੇਗਾ। ਉਹਨਾਂ ਦੁੱਖ ਦੀ ਇਸ ਘੜੀ ਵਿੱਚ ਪ੍ਰੋਫੈਸਰ ਕਰਤਾਰ ਸਿੰਘ ਦੇ ਪਰਿਵਾਰਕ ਮੈਂਬਰਾਂ ਨਾਲ ਦਿਲੀ ਹਮਦਰਦੀ ਜ਼ਾਹਿਰ ਕੀਤੀ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਹਰਜਿੰਦਰ ਸਿੰਘ ਧਾਮੀ ਨੇ ਵੀ ਪ੍ਰੋਫੈਸਰ ਕਰਤਾਰ ਸਿੰਘ ਦੇ ਅਕਾਲ ਚਲਾਣੇ ਤੇ ਗਹਿਰੇ ਦੁੱਖ ਦਾ ਇਜ਼ਹਾਰ ਕਰਦਿਆਂ ਗੁਰਮਤਿ ਸੰਗੀਤ ਦੀ ਸਿਖਲਾਈ ਵਿੱਚ ਉਹਨਾਂ ਵੱਲੋਂ ਪਾਏ ਗਏ ਯੋਗਦਾਨ ਨੂੰ ਚੇਤੇ ਕੀਤਾ। ਉਹਨਾਂ ਕਿਹਾ ਕਿ ਪ੍ਰੋਫੈਸਰ ਕਰਤਾਰ ਸਿੰਘ ਨੇ ਧਰਮ ਪ੍ਰਚਾਰ ਕਮੇਟੀ ਦੇ ਪ੍ਰਬੰਧ ਹੇਠ ਗੁਰਮਤਿ ਸੰਗੀਤ ਅਕੈਡਮੀ ਸ਼੍ਰੀ ਅਨੰਦਪੁਰ ਸਾਹਿਬ ਵਿਖੇ ਵਿਦਿਆਰਥੀਆਂ ਨੂੰ ਤੰਤੀ ਸਾਜ਼ਾਂ ਵਿੱਚ ਕੀਰਤਨ ਕਰਨ ਲਈ ਨਿਪੁੰਨ ਕੀਤਾ। ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਨੇ ਪ੍ਰੋਫੈਸਰ ਕਰਤਾਰ ਸਿੰਘ ਦੇ ਪਰਿਵਾਰ ਨਾਲ ਹਮਦਰਦੀ ਪ੍ਰਗਟ ਕੀਤੀ। ਚੰਡੀਗੜ੍ਹ ਨਗਰ ਨਿਗਮ ਦੇ ਨਵੇਂ ਚੁਣੇ ਗਏ ਕੌਂਸਲਰਾਂ ਨੇ ਅੱਜ ਨਗਰ ਨਿਗਮ ਭਵਨ ਦੇ ਮੀਟਿੰਗ ਹਾਲ ਵਿੱਚ ਅਹੁਦੇ ਦੀ ਸਹੁੰ ਚੁੱਕੀ। ਚੰਡੀਗੜ੍ਹ ਦੇ ਡਿਪਟੀ ਕਮਿਸ਼ਨਰ ਵਿਨੇ ਪ੍ਰਤਾਪ ਨੇ ਨਵੇਂ ਕੌਂਸਲਰਾਂ ਨੂੰ ਅਹੁਦੇ ਦੀ ਸਹੁੰ ਚੁਕਾਈ। ਡਿਪਟੀ ਕਮਿਸ਼ਨਰ ਨੇ ਕੌਂਸਲਰਾਂ ਨੂੰ ਕੋਵਿਡ ਨਿਯਮਾਂ ਦੀ ਪਾਲਣਾ ਕਰਨ ਲਈ ਕਿਹਾ। ਸਹੁੰ ਚੁੱਕ ਸਮਾਗਮ ਦੌਰਾਨ ਸੁਰੱਖਿਆ ਤੇ ਵਿਵਸਥਾ ਦੇ ਸਖਤ ਬੰਦੋਬਸਤ ਕੀਤੇ ਗਏ ਸਨ। ਨਗਰ ਨਿਗਮ ਦੀ ਕਮਿਸ਼ਨਰ ਆਨੰਦਿਤਾ ਮਿੱਤਰਾ ਨੇ ਨਵੇਂ ਕੌਂਸਲਰਾਂ ਨੂੰ ਵਧਾਈ ਦਿੱਤੀ। ਚੰਡੀਗੜ੍ਹ ਪ੍ਰਸ਼ਾਸਨ ਵੱਲੋਂ ਚੰਡੀਗੜ੍ਹ ਦੇ ਮੇਅਰ, ਸੀਨੀਅਰ ਡਿਪਟੀ ਮੇਅਰ ਅਤੇ ਡਿਪਟੀ ਮੇਅਰ ਦੀ ਚੋਣ ਲਈ ਤਾਰੀਖ ਤੈਅ ਕੀਤੀ ਜਾਵੇਗੀ। ਇਨ੍ਹਾਂ ਅਹੁਦਿਆਂ ਲਈ ਹੋਣ ਵਾਲੀ ਚੋਣ ਲਈ ਚੰਡੀਗੜ੍ਹ ਨਗਰ ਨਿਗਮ ਦੇ 35 ਕੌਂਸਲਰ ਵੋਟਾਂ ਪਾਉਣਗੇ। ਇਨ੍ਹਾਂ ਚੋਣਾਂ ਵਿੱਚ ਚੰਡੀਗੜ੍ਹ ਤੋਂ ਮੈਂਬਰ ਪਾਰਲੀਮੈਂਟ ਕਿਰਨ ਖੇਰ ਵੀ ਵੋਟਰ ਹੋਣਗੇ। ਇਸ ਸਮੇਂ ਚੰਡੀਗੜ੍ਹ ਦੇ ਮੇਅਰ ਨੂੰ ਲੈ ਕੇ ਭਾਜਪਾ ਤੇ ਆਮ ਆਦਮੀ ਪਾਰਟੀ ਵੱਲੋਂ ਦਾਅਵੇ ਪੇਸ਼ ਕੀਤੇ ਜਾ ਰਹੇ ਨੇ, ਪਰ ਇਸ ਦਾ ਫੈਸਲਾ ਚੋਣ ਤੋਂ ਬਾਅਦ ਹੀ ਹੋਵੇਗਾ। ਸੁਖਦੇਵ ਸਿੰਘ ਢੀਂਡਸਾ ਦੀ ਅਗਵਾਈ ਵਾਲੇ ਸੰਯੁਕਤ ਅਕਾਲੀ ਦਲ ਨੂੰ ਅੱਜ ਉਸ ਸਮੇਂ ਵੱਡਾ ਝਟਕਾ ਲੱਗਿਆ ਜਦ ਪਾਰਟੀ ਦੇ ਮੋਢੀ ਆਗੂ ਅਤੇ ਮੁੱਖ ਬੁਲਾਰਾ ਨਿਧੜਕ ਸਿੰਘ ਬਰਾੜ ਭਾਜਪਾ ਵਿੱਚ ਸ਼ਾਮਲ ਹੋ ਗਏ। ਭਾਜਪਾ ਦੇ ਪੰਜਾਬ ਇੰਚਾਰਜ ਅਤੇ ਕੇਂਦਰੀ ਮੰਤਰੀ ਗਜਿੰਦਰ ਸਿੰਘ ਸ਼ੇਖਾਵਤ ਨੇ ਮੋਗਾ ਵਿਖੇ ਨਿਧੜਕ ਸਿੰਘ ਬਰਾੜ ਨੂੰ ਭਾਜਪਾ ਵਿੱਚ ਸ਼ਾਮਲ ਕਰਵਾਇਆ ਹੈ। ਹਰੀਕੇ ਵੈਟਲੈਂਡ ਵਿੱਚ ਇਸ ਵਾਰ 70,000 ਤੋਂ ਵੱਧ ਪੰਛੀ ਪੁੱਜੇ ਨੇ। ਇਹ ਪੰਛੀ ਉੱਥੇ ਖੁੱਲੇ ਪਾਣੀ ਵਿੱਚ ਤੈਰਦੇ ਵੇਖੇ ਜਾ ਸਕਦੇ ਨੇ। ਇਹਨਾਂ ਪੰਛੀਆਂ ਦੇ ਆਉਣ ਮਗਰੋਂ ਪੰਛੀ ਪ੍ਰੇਮੀ ਵੀ ਇਹਨਾਂ ਨੂੰ ਵੇਖਣ ਪੁੱਜ ਰਹੇ ਨੇ। ਇੱਕ ਰਿਪੋਰਟ। ਇਹ ਤਰਨਤਾਰਨ ਫਿਰੋਜ਼ਪੁਰ ਹਾਈਵੇ ਤੇ ਸਥਿਤ ਹਰੀਕੇ ਵੈਟਲੈਂਡ। ਇਹ ਵੈਟਲੈਂਡ ਫਿਰੋਜ਼ਪੁਰ, ਤਰਨਤਾਰਨ ਅਤੇ ਕਪੂਰਥਲਾ ਜ਼ਿਲ੍ਹਿਆਂ ਵਿੱਚ ਤਕਰੀਬਨ 86 ਵਰਗ ਕਿਲੋਮੀਟਰ ਦੇ ਇਲਾਕੇ ਵਿੱਚ ਫੈਲਿਆ ਹੋਇਆ ਹੈ। ਹਰ ਸਰਦੀਆਂ ਵਾਂਗ ਇਸ ਵਾਰ ਵੀ ਇਹ ਵੈਟਲੈਂਡ ਵਿਦੇਸ਼ੀ ਮਹਿਮਾਨ ਪੰਛੀਆਂ ਨਾਲ ਗੁਲਜ਼ਾਰ ਹੈ। ਇਸ ਵਾਰ 25 ਤੋਂ ਵੱਧ ਕਿਸਮਾਂ ਦੇ 70,000 ਤੋਂ ਵੱਧ ਪੰਛੀ ਇਸ ਵੈਟਲੈਂਡ ਤੇ ਪਹੁੰਚ ਚੁੱਕੇ ਨੇ, ਜਦਕਿ ਹਾਲੇ ਵੀ ਇਹਨਾਂ ਦਾ ਆਉਣਾ ਜਾਰੀ ਹੈ।
ਸਾਈਬੇਰੀਆ, ਰੂਸ ਅਤੇ ਆਰਕਟਿਕਾ ਤੋਂ ਹਜ਼ਾਰਾਂ ਮੀਲ ਸਫ਼ਰ ਤੈਅ ਕਰਨ ਮਗਰੋਂ ਇਹ ਪੰਛੀ ਇੱਥੇ ਪੁੱਜਦੇ ਨੇ। ਇਹਨਾਂ ਪੰਛੀਆਂ ਦੀ ਆਮਦ ਸੈਲਾਨੀਆਂ ਦੀ ਖਿੱਚ ਦਾ ਕੇਂਦਰ ਬਣ ਰਹੀ ਹੈ। ਖੁੱਲ੍ਹੇ ਪਾਣੀ ਵਿੱਚ ਵਿਚਰਦੇ ਇਹਨਾਂ ਪੰਛੀਆਂ ਨੂੰ ਵੇਖ ਕੇ ਸੈਲਾਨੀ ਬੇहद ਖੁਸ਼ ਹੁੰਦੇ ਨੇ। ਇੱਥੇ ਬਹੁਤ ਤਰ੍ਹਾਂ ਦੇ ਪੰਛੀ ਨੇ। ਮੈਂ ਵੈਸੇ ਨੇਚਰ ਲਵਰ ਆ ਤੇ ਮੈਨੂੰ ਇੱਥੇ ਆ ਕੇ ਬਹੁਤ ਅੱਛਾ ਲੱਗਾ। ਮੈਂ ਵਿੰਟਰ ਵਕੇਸ਼ਨਸ 'ਚ ਆਪਣੀ ਫੈਮਿਲੀ ਦੇ ਨਾਲ ਹਰੀਕੇ ਵੈਟਲੈਂਡ ਆਈ ਹਾਂ ਅਤੇ ਇੱਥੇ ਮੈਂ ਦੇਖਿਆ ਕਿ ਸਰਬੀਆ ਅਤੇ ਸਾਈਬੇਰੀਆ ਅਤੇ ਹੋਰ ਸਾਰੀ ਬਾਕੀ ਕੰਟਰੀਜ਼ ਤੋਂ ਲਾਈਕ 20,000 ਕਿਲੋਮੀਟਰਸ 'ਤੇ ਸਫ਼ਰ ਤੈਅ ਕਰਕੇ ਬਰਡਸ ਆਏ ਨੇ ਇੱਥੇ, ਮਾਈਗ੍ਰੇਟਰੀ ਬਰਡਸ, ਜੋ ਮੈਂ ਬੁੱਕ 'ਚ ਪੜ੍ਹਿਆ ਸੀ, ਅੱਜ ਮੈਂ ਲਾਈਵ ਦੇਖ ਲਿਆ ਇੱਥੇ। ਹਰ ਸਾਲ ਆ ਕੇ ਤੇ ਕਾਫੀ ਮਜ਼ਾ ਆਉਂਦਾ ਹੈ। ਆਪਾਂ ਇੱਥੇ ਆ ਕੇ ਵੱਖਰੇ ਵੱਖਰੀ ਪੰਛੀ ਵੇਖਦੇ ਹਾਂ, ਉਹਨਾਂ ਦੀਆਂ ਫੋਟੋਜ਼ ਖਿੱਚਦੇ ਹਾਂ, ਕਾਫੀ ਇੰਜੋਏ ਕਰਦੇ ਹਾਂ। ਆਪਾਂ ਆਪਣੀ ਫੈਮਿਲੀ ਨਾਲ ਆਉਂਦੇ ਹਾਂ। ਲੋਕ ਇਸ ਇਲਾਕੇ ਦਾ ਵਿਕਾਸ ਚਾਹੁੰਦੇ ਨੇ ਤਾਂ ਜੋ ਸੈਲਾਨੀਆਂ ਦੀ ਆਮਦ ਹੋਰ ਵੱਧ ਸਕੇ। ਸਰਕਾਰ ਨੂੰ ਮੈਂ ਚਾਹੂੰਗਾ ਵੀ ਇਸ ਵਾਸਤੇ ਹੋਰ ਵੀ ਉਪਰਾਲੇ ਕਰਨੇ ਚਾਹੀਦੇ ਆ ਵੀ ਇਹਨੂੰ ਡਿਵੈਲਪ ਕੀਤਾ ਜਾਵੇ ਤਾਂ ਜੋ ਹਰੀਕੇ ਵੈਟਲੈਂਡ ਆ ਇਹਦੀ ਜੋ ਉਚਾਈ ਆ ਸੰਸਾਰ ਤੱਕ ਪਹੁੰਚੇ। ਵੀ ਆਪਣੇ ਕੋਲ ਕੁਦਰਤ ਖਜ਼ਾਨਾ ਹੈ ਪਰ ਛੁਪਿਆ ਪਿਆ, ਇਹਨੂੰ ਵਾਸਤੇ ਪ੍ਰਫੁੱਲਤ ਕਰਨ ਵਾਸਤੇ ਜ਼ੋਰ ਦੇਣਾ ਚਾਹੀਦਾ। ਹਰੀਕੇ ਵੈਟਲੈਂਡ ਵਿੱਚ ਆਉਣ ਵਾਲੇ ਪੰਛੀਆਂ ਵਿੱਚ ਗੀਗੇਨ, ਸ਼ੁਐਲਡਰ, ਕਾਮਨ ਟੇਲ, ਪਿਨਟੇਲ ਅਤੇ ਬ੍ਰਹਮਵੇਨ ਡਕ ਪ੍ਰਜਾਤੀਆਂ ਦੇ ਪੰਛੀ ਸ਼ਾਮਲ ਨੇ। ਇਹ ਪੰਛੀ ਹਰੀਕੇ ਵੈਟਲੈਂਡ ਦੇ ਇਲਾਕੇ ਵਿੱਚ ਤਕਰੀਬਨ 3 ਮਹੀਨੇ ਤੱਕ ਰੌਣਕਾਂ ਲਗਾਏ ਰੱਖਣ ਮਗਰੋਂ ਮਾਰਚ ਦੇ ਮਹੀਨੇ ਵਿੱਚ ਆਪਣੀ ਵਾਪਸੀ ਦਾ ਸਫ਼ਰ ਸ਼ੁਰੂ ਕਰਦੇ ਨੇ। ਤਰਨਤਾਰਨ ਤੋਂ ਅਮਿਤ ਮਰਵਾਹਾ ਦੇ ਨਾਲ ਸ਼ੇਸ਼ੂ ਸ਼ਰਮਾ ਸ਼ਾਂਤਲ, ਦੂਰਦਰਸ਼ਨ ਸਮਾਚਾਰ, ਜਲੰਧਰ। ਤੇ ਇਸ ਦੇ ਨਾਲ ਹੀ ਖਬਰਾਂ ਦਾ ਇਹ ਬੁਲੇਟਿਨ ਖਤਮ ਹੋਇਆ। ਮੈਂ ਮਾਸਕ ਲਗਾ ਕੇ ਸਟੂਡੀਓ ਤੋਂ ਬਾਹਰ ਜਾ ਰਹੀ ਹਾਂ। ਬਾਹਰ ਜਾਣ ਵੇਲੇ ਤੁਸੀਂ ਵੀ ਮਾਸਕ ਲਗਾ ਕੇ ਜਾਓ। ਇਜਾਜ਼ਤ ਦਿਓ। ਨਮਸਕਾਰ।